live worldwide. कुछ नहीं होगा। अब क्या होने से लाभ है, जो होने से लाभ है, पानी में सारा परिवार खत्म हो गया एक घर से। 6 भरा थे मेरे, सब परिवार बेकार। ਜਿਹੜਾ ਹੋਇਆ ਹੈਗਾ, ਇਹ ਹਾਦਸੇ ਦੋ ਹੋਏ ਆ। ਇੱਕ ਹਾਦਸਾ ਜਿਹੜਾ ਹੈਗਾ ਉਹ ਸਵੇਰੇ ਲਗਭਗ 3 ਵਜੇ 3:30 ਵਜੇ ਤੜਕੇ ਹੋਇਆ, ਜਿਹੜਾ ਗੜੀ ਮਾਨਸੋਵਾਲ ਵਿਖੇ ਹੋਇਆ, ਔਰ ਜਿਸ ਦੇ ਵਿੱਚ 3 ਕੈਜੁਅਲਟੀ ਹੋਈਆਂ। ਔਰ ਰਾਤ ਨੂੰ ਜੋ ਹਾਦਸਾ ਹੋਇਆ ਉਹ ਸ਼੍ਰੀ ਚਰਨ ਛੋਹ ਗੰਗਾ ਤੋਂ ਲਗਭਗ ਅੱਧਾ ਕਿਲੋਮੀਟਰ ਪਹਿਲਾਂ ਜੋ ਢਲਾਣ ਹੈ ਉੱਥੇ ਹੋਇਆ, ਔਰ ਉਸ ਦੇ ਵਿੱਚ 7 ਕੈਜੁਅਲਟੀ ਹੋਈਆਂ, ਔਰ ਲਗਭਗ ਜਿਹੜੇ ਹੈ 20 ਦੇ ਕਰੀਬ ਜ਼ਖਮੀ ਹੋਏ ਹੈ, ਜਿਨ੍ਹਾਂ ਦੇ ਵਿੱਚ 6 ਜਿਹੜੇ ਹੈਗੇ ਆ ਉਹ ਮਰੀਜ਼ PGI ਚੰਡੀਗੜ੍ਹ ਵਿਖੇ ਦਾਖਲ ਹੈ, ਤੇ ਬਾਕੀ ਜਿਹੜੇ ਆ ਉਹ ਇੱਥੇ ਗੜ੍ਹਸ਼ੰਕਰ ਦੇ ਵਿੱਚ ਹੈ। ਔਰ ਪ੍ਰਸ਼ਾਸਨ ਨੇ ਅਤੇ ਪੰਜਾਬ ਸਰਕਾਰ ਨੇ ਜੋ 7 ਕੈਜੁਅਲਟੀ ਹੋਈਆਂ ਔਰ 3 ਜੋ ਕਿ ਗੜੀ ਮਾਨਸੋਵਾਲ ਵਿਖੇ ਸੁਬਹ ਹੋਈਆਂ ਸੀ, ਤੇ ਇਹਨਾਂ 10 ਨੂੰ 2-2 ਲੱਖ ਰੁਪਏ ਜੋ ਹੈ ਮਾਲੀ ਸਹਾਇਤਾ ਪਰਿਵਾਰਾਂ ਨੂੰ ਦਿੱਤੀ ਹੈ, ਜਿਨ੍ਹਾਂ ਦੇ ਘਰ ਦੇ ਇਸ ਦੁਨੀਆ ਤੋਂ ਚਲੇ ਗਏ ਹੈ, ਅਤੇ ਜੋ ਜ਼ਖਮੀ ਹੋਏ ਹੈ ਉਹਨਾਂ ਨੂੰ 1 ਲੱਖ ਰੁਪਏ ਜਿਹੜਾ ਹੈ ਉਸਦਾ ਚੈੱਕ ਦਿੱਤਾ ਜਾ ਰਿਹਾ ਹੈ। ਸੋ ਭਾਵੇਂ ਕਿ ਇਹ ਰਾਸ਼ੀ ਬਹੁਤ ਘੱਟ ਹੈ, ਪਰੰਤੂ ਫਿਰ ਵੀ ਪਹਿਲਾਂ ਵੀ ਪਿਛਲੇ ਸਾਲਾਂ ਵਿੱਚ ਇਸ ਤਰ੍ਹਾਂ ਦੇ ਨੁਕਸਾਨ ਹੋਏ ਹੈ, ਕੈਜੁਅਲਟੀਜ਼ ਹੋਈਆਂ, ਪਰੰਤੂ ਕਿਸੇ ਨੂੰ ਜੋ ਸ਼੍ਰੀ ਚਰਨ ਛੋਹ ਦੇ ਨੇੜੇ ਤੇੜੇ ਕੈਜੁਅਲਟੀ ਹੋਈਆਂ ਇਸ ਤਰ੍ਹਾਂ ਦੀ ਮਾਲੀ ਮਦਦ ਨਹੀਂ ਦਿੱਤੀ ਗਈ। ਇਸ ਵਾਰ ਕਿਉਂਕਿ ਇਹ ਸਹਾਰਨਪੁਰ ਤੋਂ, ਮੁਜ਼ੱਫਰਨਗਰ ਤੋਂ, ਯਮੁਨਾ ਨਗਰ ਤੋਂ ਬਾਹਰ ਦੇ ਲੋਕ ਸਨ, ਅਸੀਂ ਵੀ ਇਸ ਨੂੰ ਦੁੱਖ ਮਹਿਸੂਸ ਕਰਦੇ ਹੋਏ ਆਪਣੇ ਜਿਹੜੇ ਸਮਾਗਮ ਸੀ ਸ਼੍ਰੀ ਚਰਨ ਛੋਹ ਗੰਗਾ ਦੇ ਉਹ ਸਾਰੇ ਮੁਲਤਵੀ ਕਰ ਦਿੱਤੇ ਸੀ ਰਾਤ, ਅਤੇ ਇੱਥੇ ਗੜ੍ਹਸ਼ੰਕਰ ਵਿਖੇ ਆ ਕੇ ਉਹਨਾਂ ਦਾ ਇਲਾਜ ਕਰਾਇਆ। ਔਰ ਪ੍ਰਸ਼ਾਸਨ ਨੂੰ ਇਹ ਉਹਨਾਂ ਦੇ ਧਿਆਨ 'ਚ ਲਿਆਂਦਾ ਕਿ ਇਹ ਗਰੀਬ ਲੋਕ ਹੈ, ਪੱਠੇ ਤੇ ਮਜ਼ਦੂਰੀ ਕੰਮ ਕਰਦੇ ਹੈ, ਪਿੱਛੇ ਛੋਟੇ ਬੱਚੇ ਰਹਿ ਗਏ, ਘਰ 'ਚ ਕਮਾਉਣ ਵਾਲੇ ਚਲੇ ਗਏ ਹੈ, ਸੋ ਇਹਨਾਂ ਦੀ ਮਦਦ ਕੀਤੀ ਜਾਵੇ। ਤੇ ਉਹ ਜੋ ਇਹਨਾਂ ਨੇ ਮਦਦ ਕੀਤੀ ਹੈ ਉਹ ਭਾਵੇਂ ਕਿ ਆਲ ਇੰਡੀਆ ਆਤਰ ਮਿਸ਼ਨ ਦੇ ਮੁਤਾਬਕ, ਸਾਡੇ ਮੁਤਾਬਕ ਕੋਈ ਐਡੀ ਵੱਡੀ ਰਕਮ ਨਹੀਂ ਹੈ, ਪਰੰਤੂ ਫਿਰ ਵੀ ਜੋ ਦਿੱਤਾ ਗਿਆ ਹੈ ਅਸੀਂ ਇਸ ਦੇ ਵਾਸਤੇ ਜੋ ਡਿਪਟੀ ਸਪੀਕਰ ਮਾਨਯੋਗ ਜੈ ਕਿਸ਼ਨ ਜੀ ਰੋੜੀ ਸਾਹਿਬ, DC ਮੈਡਮ ਹੁਸ਼ਿਆਰਪੁਰ, SSP ਪੰਜਾਬ ਪੁਲਿਸ ਹੁਸ਼ਿਆਰਪੁਰ, DSP ਗੜ੍ਹਸ਼ੰਕਰ ਅਤੇ SDM ਗੜ੍ਹਸ਼ੰਕਰ ਅਤੇ ਸਮੁੱਚੇ ਹਸਪੀਟਲ ਦੀ ਟੀਮ ਨੇ ਬਖੂਬੀ ਮਦਦ ਕੀਤੀ ਹੈ। ਇਸ ਦੇ ਲਈ ਅਸੀਂ ਇਹਨਾਂ ਦਾ ਧੰਨਵਾਦ ਹੈਗੇ। ਉਹ ਇੱਕ ਬੜੀ ਮੰਨਦਾ ਜਿਹੜਾ ਵਾਲੀ ਸਥਾਨ ਹੈਗੀ ਹੈ, ਮਹੱਤਵਪੂਰਨ ਸਥਾਨ ਹੈ। ਉੱਥੇ ਉਹ ਰਸਤਾ ਜਿਹੜਾ ਕਮ ਸੇ ਕਮ ਸਰਕਾਰਾਂ ਚੌੜੀਆਂ ਕਰਨ। ਪਿਛਲੀਆਂ ਸਰਕਾਰਾਂ ਦੀ ਵੀ ਮੈਂ ਕਹੂੰਗੀ ਬਹੁਤ ਵੱਡੀ ਨਾਲਾਇਕੀ ਹੈ ਕਿ ਉਹਨਾਂ ਨੇ ਰਸਤਾ ਚੌੜਾ ਨਹੀਂ ਕੀਤਾ, ਔਰ ਇਹ ਰਸਤਾ ਚੌੜਾ ਕਰਨ ਦੀ ਔਰ ਸੇਫ ਬਣਾਉਣ ਦੀ ਲੋੜ ਹੈ, ਕਿਉਂਕਿ ਉਤਰਾਈ ਚੜਾਈ ਵੀ ਬੜੀ ਅਨਸੇਫ ਹੈਗੀ। ਔਰ ਇੰਜੀਨੀਅਰਿੰਗ ਜਿਹੜੀ ਰੋਡ ਦੀ ਮੈਂ ਸਰਾਸਰ PWD ਵਿਭਾਗ ਦੀ ਜਿਹੜਾ ਜ਼ਿੰਮੇਵਾਰੀ ਸਮਝਦੀ ਹਾਂ, ਜਿਹੜਾ ਇਹ ਇੰਨੇ ਬੁਰੇ ਐਕਸੀਡੈਂਟਸ ਹੋਏ ਹੈ ਔਰ ਜਿਹੜਾ ਰੋਡ ਦੀ ਅੱਜ ਭੈੜੀ ਹਾਲਤ ਹੈ। ਔਰ ਸਰਕਾਰ ਨੇ ਜਿਹੜਾ ਮੁਆਵਜ਼ਾ ਜਾਰੀ ਕੀਤਾ ਹੈ ਸਿਰਫ 2 ਲੱਖ ਰੁਪਇਆ, ਮੈਂ ਸਮਝਦੀ ਹਾਂ ਇੱਕ ਬੜਾ ਭੱਦਾ ਮਜ਼ਾਕ ਹੈ। ਜਿਹੜੇ ਲੋਕ ਮਰ ਗਏ ਨੇ ਇਹਨਾਂ ਹਾਦਸਿਆਂ ਦੇ ਵਿੱਚ, ਅੱਜ ਜਿਹੜੇ ਮੰਤਰੀ ਹੈ ਉਹਨਾਂ ਦੀਆਂ ਤਨਖਾਹਾਂ ਦੇਖੋ ਕਿੱਥੇ ਜਾ ਰਹੀਆਂ ਹੈਗੀਆਂ। ਔਰ ਇੱਕ ਗਰੀਬ ਨੂੰ ਸਾਰੀ ਜ਼ਿੰਦਗੀ ਜਿਹਦਾ ਪਰਿਵਾਰ ਦਾ ਮੈਂਬਰ ਚਲਾ ਗਿਆ ਉਹਨੂੰ ਕੇਵਲ 2 ਲੱਖ ਰੁਪਇਆ, ਔਰ ਜੇ ਪਰਿਵਾਰ ਦੇ ਮੈਂਬਰਾਂ ਨੂੰ ਸੱਟਾਂ ਚੋਟਾਂ ਲੱਗੀਆਂ
ਤਾਂ ਉਹਨਾਂ ਨੂੰ ਕੇਵਲ 1 ਲੱਖ ਰੁਪਇਆ ਮੈਂ ਸਮਝਦੀ ਹਾਂ ਇਹ ਮੁਆਵਜ਼ਾ ਬੜਾ ਘੱਟ ਹੈ। ਸਰਕਾਰ ਨੂੰ ਉਹਨਾਂ ਗਰੀਬ ਪਰਿਵਾਰਾਂ ਨੂੰ ਘੱਟੋ ਘੱਟ ਜਿਨ੍ਹਾਂ ਦੇ ਮੈਂਬਰਾਂ ਦੀ ਡੈਥ ਹੋਈ ਹੈ 50 ਲੱਖ ਰੁਪਇਆ ਮੁਆਵਜ਼ਾ ਦੇਣਾ ਚਾਹੀਦਾ, ਔਰ ਜਿਨ੍ਹਾਂ ਦੇ ਮੈਂਬਰ ਅਪੰਗ ਹੋ ਗਏ ਹੈ, ਕੰਮ ਕਰਨ ਯੋਗ ਨਹੀਂ ਰਹੇ, ਘੱਟੋ ਘੱਟ 35 ਲੱਖ ਰੁਪਇਆ ਮੁਆਵਜ਼ਾ ਜਿਹੜਾ ਪੰਜਾਬ ਸਰਕਾਰ ਨੂੰ ਜਾਰੀ ਕਰਨਾ ਚਾਹੀਦਾ ਹੈ। ਇਹ 2 ਲੱਖ ਦਾ ਮੁਆਵਜ਼ਾ ਜਿਹੜਾ ਮੈਂ ਸਮਝਦੀ ਹਾਂ ਉਹ ਜਿਹੜੇ ਲੋਕ ਸਰਕਾਰ ਦੀ ਨਾਲਾਇਕੀ, ਗਲਤ, ਅਨਸੇਫ, ਅਸੁਰੱਖਿਅਤ ਰੋਡ ਦੇ ਕਰਕੇ ਜਿਹੜਾ ਉਹਨਾਂ ਦੀ ਬਲੀ ਹੋਈ ਹੈ, ਮੈਂ ਸਮਝਦੀ ਹਾਂ ਉਹਨਾਂ ਨੂੰ ਸਿਰਫ 2 ਲੱਖ ਰੁਪਇਆ ਜਾਰੀ ਕਰਨਾ ਇੱਕ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਹੈ। ਔਰ ਨਾਲ ਮੈਂ ਇਹ ਵੀ ਕਹਾਂਗੀ ਕਿ PWD ਵਿਭਾਗ ਦੇ ਜਿਹੜੇ ਇੰਜੀਨੀਅਰ ਜਿਨ੍ਹਾਂ ਨੇ ਇਹ ਸੜਕਾਂ ਪਾਸ ਕੀਤੀਆਂ ਅਨਸੇਫ ਰੋਡਸ, ਉਹਨਾਂ ਨੂੰ ਵੀ ਜਿਹੜਾ ਉਹਨਾਂ ਦੀਆਂ ਵੀ ਇਨਕੁਆਰੀਆਂ ਚਾਲੂ ਹੋਣੀਆਂ ਚਾਹੀਦੀਆਂ। ਬੜਾ ਮੰਦਭਾਗਾ ਹੈ ਕਿ ਹਰ ਸਾਲ ਜੋ ਸਮਾਗਮ ਕਰਾਇਆ ਜਾਂਦਾ ਸੀ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜਯੰਤੀ ਦੇ ਉੱਤੇ, ਸਾਡੇ ਹਲਕੇ ਦੇ ਵਿੱਚ ਸ਼੍ਰੀ ਕੁਰਾਲਗੜ੍ਹ ਸਾਹਿਬ ਅਸੀਂ ਵਡਭਾਗੇ ਹਾਂ ਕਿ ਸਾਡੇ ਇਲਾਕੇ ਦੇ ਵਿੱਚ ਸਥਾਨ ਪੈਂਦਾ। ਹਰ ਸਾਲ ਸਰਕਾਰਾਂ ਜਿਹੜੀਆਂ ਹੈ ਪਿਛਲੀਆਂ ਉਹ ਤੇ ਸਮਾਗਮ ਰਾਜ ਪੱਧਰੀ ਕਰਾਉਂਦੀਆਂ ਰਹੀਆਂ, ਪਰ ਇਸ ਸਾਲ ਇਹ ਮੰਦਭਾਗੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਉੱਥੇ ਸਰਕਾਰੀ ਸਮਾਗਮ ਹੀ ਨਹੀਂ ਹੋਇਆ ਔਰ ਸਰਕਾਰ ਦਾ ਕੋਈ ਨੁਮਾਇੰਦਾ ਉੱਥੇ ਮੱਥਾ ਟੇਕਣ ਵੀ ਨਹੀਂ ਆਇਆ। ਇਹ ਬੜੀ ਮੰਦਭਾਗੀ ਗੱਲ ਹੈ। ਔਰ ਮੈਨੂੰ ਯਾਦ ਹੈ ਜਦੋਂ ਸ਼ੋਭਾ ਯਾਤਰਾ ਮਾਲਪੁਰ ਚੱਲ ਰਹੀ ਸੀਗੀ, ਮੈਂ ਰੌੜੀ ਸਾਹਿਬ ਜਿਹੜੇ ਕਿ ਸਾਡੇ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ, ਉਹਨਾਂ ਨੂੰ ਪੁੱਛਿਆ ਸੀ ਕਿ ਵੀਰਾ ਇਸ ਵਾਰੀ ਸਮਾਗਮ ਨਹੀਂ ਹੋ ਰਿਹਾ, ਤਾਂ ਉਹਨਾਂ ਨੇ ਮੈਨੂੰ ਸਪਸ਼ਟ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹੀ ਸੀ ਕਿ ਵਿਸਾਖੀ ਦੇ ਉੱਤੇ ਰਾਜ ਪੱਧਰੀ ਸਮਾਗਮ ਹੋਏਗਾ। ਤੇ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਾਂ ਤਾਂ ਉਹਨਾਂ ਨੂੰ ਉਹਨਾਂ ਦੀ ਸਰਕਾਰ ਕੀ ਕਰਨ ਜਾ ਰਹੀ ਹੈ ਉਹਦੇ ਬਾਰੇ ਗਿਆਨ ਨਹੀਂ ਹੈ, ਜਾਂ ਫਿਰ ਉਹਨਾਂ ਨੇ ਮੌਕੇ ਦੇ ਉੱਤੇ ਕੁਝ ਹੋਰ ਹੀ ਗੱਲ ਛੱਡ ਕੇ ਤੇ ਗੱਲ ਜਿਹੜਾ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ। ਤੇ ਮੰਦਭਾਗਾ ਹੈ ਕਿ ਸਰਕਾਰ ਜਿਹੜੀ ਕਮ ਸੇ ਕਮ 35% 30% ਆਬਾਦੀ ਔਰ ਦੁਆਬੇ ਦੇ ਵਿੱਚ ਸਾਡੇ ਹੁਸ਼ਿਆਰਪੁਰ ਦੇ ਵਿੱਚ ਸਪੈਸ਼ਲੀ 45% ਆਬਾਦੀ ਆ, ਉਹਨਾਂ ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੂੰ ਅਣਗੌਲਿਆਂ ਕਰਦੇ ਹੋਏ, ਰਵਿਦਾਸੀਆ ਸਮਾਜ ਦੀਆਂ ਭਾਵਨਾਵਾਂ ਨੂੰ ਅਣਗੌਲਿਆਂ ਕਰਦਿਆਂ ਹੋਇਆ ਹਾਲੇ ਤੱਕ ਇਹ ਸਰਕਾਰ ਇੱਕ ਰਾਜ ਪੱਧਰੀ ਸਮਾਗਮ ਤੱਕ ਵੀ ਜਿਹੜਾ ਉਸ ਜਗ੍ਹਾ ਤੇ ਨਹੀਂ ਕਰਾ ਸਕੀ। ਔਰ ਰਸਤਾ ਜਿਹੜਾ ਉਸ ਸਥਾਨ ਨੂੰ ਜਾਣ ਵਾਲਾ ਇੰਨਾ ਕੁ ਮਾੜਾ ਕਿ ਉੱਥੇ ਬੜੇ ਅਜੀਬ ਔਰ ਵੱਡੇ ਵੱਡੇ ਹਾਦਸੇ ਹੋ ਰਹੇ ਆ, ਐਕਸੀਡੈਂਟਸ ਹੋ ਰਹੇ ਆ, ਮੌਤਾਂ ਹੋ ਰਹੀਆਂ। 2 ਮੌਤਾਂ ਤਾਂ 2 ਐਕਸੀਡੈਂਟ ਭਾਰੇ ਜਿਹੜੇ 2 ਦਿਨਾਂ ਦੇ ਅੰਦਰ ਹੋ ਗਏ ਔਰ 10 ਤੋਂ ਜ਼ਿਆਦਾ ਲੋਕ ਜਿਹੜੇ ਹੈ ਉਹ ਮੌਤ ਦੇ ਘਾਟ ਉਹਨਾਂ ਐਕਸੀਡੈਂਟਸ ਕਰਕੇ ਉਤਰ ਚੁੱਕੇ ਆ ਔਰ ਬੜੀ ਮੰਦਭਾਗੀ ਗੱਲ ਹੈ। ਔਰ ਮੈਂ ਇਹ ਕਹਿਣਾ ਚਾਹਾਂਗੀ ਕਿ ਸਰਕਾਰਾਂ ਵੱਲੋਂ ਬੜਾ ਭੱਦਾ ਮਜ਼ਾਕ ਕੀਤਾ ਜਾ ਰਿਹਾ। ਸਿਰਫ 2 ਲੱਖ ਰੁਪਇਆ ਮੁਆਵਜ਼ਾ ਉਹਨਾਂ ਨੇ ਸਰਕਾਰ ਨੇ ਹਰ ਸਾਲ ਉੱਥੇ ਸਮਾਗਮ ਹੁੰਦਾ ਔਰ ਮੈਂ ਸਮਝਦੀ ਹਾਂ ਐਡਮਿਨਿਸਟ੍ਰੇਸ਼ਨ ਦੀ ਨਾਲਾਇਕੀ ਹੈ। ਉਹਨਾਂ ਨੂੰ ਜੇ ਇੱਕ ਐਕਸੀਡੈਂਟ ਵਾਪਰ ਹੀ ਗਿਆ ਸੀ, ਥੋੜ੍ਹਾ ਬਹੁਤ ਕੋਈ ਨਾ ਕੋਈ ਪ੍ਰਬੰਧ ਕਰਨੇ ਚਾਹੀਦੇ ਸੀਗੇ, ਪਰ ਪ੍ਰਬੰਧ ਕਰਨ ਦੇ ਵਿੱਚ ਨਾਕਾਮ ਰਿਹਾ ਜਿਹੜਾ ਪ੍ਰਸ਼ਾਸਨ ਔਰ ਉਹਦੇ ਕਰਕੇ ਦੂਜਾ ਵੱਡਾ ਹਾਦਸਾ ਵਾਪਰਿਆ। ਔਰ ਮੈਂ ਇਹ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਾਂਗੀ ਕਿ ਸਰਕਾਰਾਂ ਨੂੰ ਚਾਹੀਦਾ ਇਹ ਰਸਤਾ ਜਿਹੜਾ, ਕਿਉਂਕਿ ਤਪੋਸਥਲੀ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੀ ਔਰ ਘੱਟੋ ਘੱਟ 35-40% ਆਬਾਦੀ ਪੰਜਾਬ ਦੀ ਜਿਹੜੀ ਹੈ ਰਵਿਦਾਸੀਆ ਸਮਾਜ ਹੈ, ਉਹਨਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਅੱਜ ਸਰਕਾਰਾਂ ਨੂੰ ਚਾਹੀਦਾ ਉਹ ਰਸਤਾ ਬਿਹਤਰੀਨ ਬਣਾਇਆ ਜਾਵੇ, ਉਹ ਕਮ ਸੇ ਕਮ 4 ਲੇਨ ਰਸਤਾ ਬਣਾਇਆ ਜਾਵੇ ਔਰ ਉਹ ਇੰਨੀ ਨੈਰੋ ਰੋਡ, ਇੰਨੀ ਅਨਸੇਫ ਰੋਡ ਹੈ ਜਿਹਦੀ ਉਤਰਾਈ ਚੜਾਈ ਇੰਨੀ ਮਾੜੀ ਹੈ ਕਿ ਉੱਥੇ ਐਕਸੀਡੈਂਟਸ ਹੋਣੇ ਲਾਜ਼ਮੀ ਹੈ। ਹਰ ਸਾਲ ਆ ਕੇ ਇੱਥੇ ਮੰਤਰੀ ਸਾਹਿਬ ਨੂੰ ਬੁਲਾ ਕੇ ਔਰ ਹਾਲੇ ਤੱਕ ਉਦਘਾਟਨ ਦੇ ਨਾਮ ਤੇ ਕੋਈ ਇੱਕ ਪੈਸੇ ਦਾ ਵੀ ਕੰਮ ਉੱਥੇ ਸ਼ੁਰੂ ਨਹੀਂ ਹੋਇਆ ਔਰ ਲੋਕਾਂ ਦੇ ਪਹਿਲੇ ਵੀ ਐਕਸੀਡੈਂਟ ਹੋਇਆ ਔਰ ਹੁਣ ਵੀ ਐਕਸੀਡੈਂਟ ਹੁੰਦੇ ਜਾ ਰਹੇ ਔਰ ਸਾਡਾ ਇਲਾਕਾ ਜਿਹੜਾ ਇਸ ਚੀਜ਼ ਨੂੰ ਭੁਗਤ ਰਿਹਾ ਹੈਗਾ।